ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਾਮਰੇਡ ਬਨਾਮ ਸਿੱਖ ਬਿਰਤਾਂਤ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਗੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਜੀ, ਇਹਨਾਂ ਦਿਨਾਂ ਦੇ ਵਿੱਚ ਦੇਖੀਏ ਤਾਂ ਇੱਕ ਵਾਰ ਮੁੜ ਜਿਹੜਾ ਹੈਗਾ ਦੇਸ਼ ਦੇ ਵਿੱਚ ਕਾਮਰੇਡ ਬਨਾਮ ਸਿੱਖ ਦਾ ਜਿਹੜਾ ਬਿਰਤਾਂਤ ਹੈ ਉਹ ਸਿਰਜਦਾ ਦਿਖਾਈ ਦੇ ਰਿਹਾ, ਕਿਉਂਕਿ ਪਿਛੋਕੜ 'ਚ ਨਜ਼ਰ ਮਾਰੀਏ ਤਾਂ ਪਹਿਲਾਂ ਕਈ ਵਾਰ ਸ਼ਹੀਦ ਭਗਤ ਸਿੰਘ ਨੂੰ ਲੈ ਕੇ ਜਿਹੜਾ ਹੈਗਾ ਸਿਮਰਜੀਤ ਸਿੰਘ ਮਾਨ ਟਿੱਪਣੀਆਂ ਕਰ ਚੁੱਕੇ ਨੇ, ਵੱਖ-ਵੱਖ ਤਰ੍ਹਾਂ ਦੀ ਹੋਰ ਕਈ ਸਿੱਖ ਆਗੂ ਟਿੱਪਣੀਆਂ ਕਰ ਚੁੱਕੇ ਨੇ ਤੇ ਕੱਲ੍ਹ ਦੇਖੀਏ ਤਾਂ ਉਗਰਾਹਾਂ ਵੱਲੋਂ ਵੀ ਜਿਹੜਾ ਹੈਗਾ ਟਿੱਪਣੀ ਕੀਤੀ ਗਈ ਆ। ਤਾਂ ਇਹਨਾਂ ਸਭ ਤੋਂ ਬਾਅਦ ਜਿਹੜਾ ਦੇਸ਼ 'ਚ ਇੱਕ ਵਾਰ ਮੁੜ ਮਾਹੌਲ ਜਿਹੜਾ ਹੈਗਾ ਇੱਕ ਦੂਜੇ ਦੇ ਆਮੋ ਸਾਹਮਣੇ ਵਾਲਾ ਦਿਖਾਈ ਦੇ ਰਿਹਾ ਹੈ। ਅਸੀਂ ਜਾਣਨਾ ਚਾਹਾਂਗੇ ਪੂਰਾ ਮਾਹੌਲ ਕੀ ਹੈ, ਇਹ ਬਿਰਤਾਂਤ ਕੀ ਹੈ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਅਸਲ ਦੇ ਵਿੱਚ ਜਿਹੜਾ ਪੰਜਾਬੀਅਤ ਦਾ ਜੋ ਇੱਕ ਬੜਾ ਲੰਮਾ ਪਿਛੋਕੜ ਹੈ, ਸੈਂਕੜੇ ਸਾਲਾਂ ਦਾ, ਸਦੀਆਂ ਦਾ ਮਤਲਬ ਚੱਲਦਾ ਰਿਹਾ, ਔਰ ਉਹ ਸਦੀਆਂ ਦੇ ਵਿੱਚ ਇੱਕ ਸੱਭਿਆਚਾਰ ਵਿਕਸਿਤ ਹੁੰਦਾ ਅਤੇ ਸੱਭਿਆਚਾਰ ਕੰਪੋਜਿਟ ਸੱਭਿਆਚਾਰ, ਉਹਨੂੰ ਆਪਾਂ ਕਹਿੰਦੇ ਹਾਂ ਕਿ ਰਲ ਕੇ ਸਭ ਟਾਈਪ ਦੇ ਬੰਦਿਆਂ ਦਾ ਇੱਕ ਸਾਂਝਾ ਪੰਜਾਬੀਅਤ ਦਾ ਕਲਚਰ ਵੀ ਹੈ। ਇਹ ਠੀਕ ਹੈ ਕਿ ਵੱਖ-ਵੱਖ ਪਛਾਣਾਂ ਵੀ ਨੇ, ਧਾਰਮਿਕ ਪਛਾਣਾਂ ਵੀ ਅਲੱਗ-ਅਲੱਗ ਕਈ ਵਾਰ ਹੈਗੀਆਂ ਨੇ, ਬਾਕੀ ਕੁਝ ਹੋਰ ਮੁੱਦਿਆਂ 'ਤੇ ਵੀ ਵਖਰੇਵੇਂ ਨੇ, ਕੁਝ ਪਹਿਰਾਵੇ 'ਤੇ ਵੀ ਵਖਰੇਵੇਂ ਨੇ, ਉਹ ਇੱਕ ਅਲੱਗ ਗੱਲ ਹੈ। ਪਰ ਪੋਲੀਟੀਕਲ ਐਂਗਲ ਤੋਂ ਕੁਝ ਖਾਸ ਸਮਿਆਂ ਤੋਂ ਬਾਅਦ, ਕਿਉਂਕਿ ਜੇਕਰ ਪੰਜਾਬੀਅਤ ਦਾ ਦਾਇਰਾ ਬਹੁਤ ਲੰਮਾ ਪੁਰਾਣਾ ਹੈ, ਅਤੇ ਜੇ ਆਪਾਂ ਦੇਖੀਏ ਕਿ ਸਿੱਖ ਧਰਮ ਲਗਭਗ 550 ਸਾਲ ਪੁਰਾਣਾ, ਮਾਰਕਸਵਾਦ ਤਾਂ ਸਾਰੇ 150-200 ਸਾਲ ਦੇ ਮਤਲਬ ਸਾਰਾ ਗੱਲ ਹੈ। ਜਦੋਂ ਤੋਂ ਅਸੀਂ ਗੱਲ ਕਰ ਰਹੇ, ਸਾਡੇ ਤਾਂ 100 ਸਾਲ ਦੀ ਉਹ ਗੱਲ ਹੈ ਜਦੋਂ ਤੋਂ ਗੱਲ ਸ਼ੁਰੂ ਹੋਈ ਹੈ ਸਾਡੇ ਦੇਸ਼ ਦੇ ਵਿੱਚ, ਔਰ ਉਹ ਸਾਰੀਆਂ ਚੀਜ਼ਾਂ ਵਿਚਾਰਧਾਰਾਵਾਂ ਆਪੋ ਆਪਣੀ ਜਗ੍ਹਾ ਹੈਗੀਆਂ ਨੇ। ਪਰ ਸਭ ਤੋਂ ਬੜਾ ਕੁਐਸਚਨ ਇਹ ਹੈ ਕਿ ਇਸ ਸਮੇਂ ਜਿਹੜਾ ਬਿਰਤਾਂਤ ਜੇ ਸਿਰਜਿਆ ਜਾ ਰਿਹਾ ਉਹ ਕਿਹਦੇ ਪੱਖ ਜਾਂਦਾ ਅਤੇ ਕਿਸ ਟਾਈਪ ਦਾ ਜਾਂਦਾ। ਜਿਵੇਂ ਇਸ ਸਮੇਂ ਦੇਸ਼ ਦੇ ਵਿੱਚ ਰੂਲ ਕੌਣ ਕਰ ਰਿਹਾ, ਦੇਸ਼ ਦੇ ਵਿੱਚ ਰੂਲਰ ਦੇ ਖਿਲਾਫ ਨਾਰਮਲੀ ਇਹ ਕਿਹਾ ਜਾਂਦਾ ਕਿ RSS ਅਤੇ BJP ਜਿਹੜੀ ਹਿੰਦੂ ਤੋਂ ਵੀ ਬਹੁ ਗਿਣਤੀ ਇੱਕ ਮਾਨਸਿਕਤਾ ਹੈ, ਉਹ ਕਹਿੰਦੇ ਨੇ ਰੂਲ ਕਰ ਰਹੀ ਹੈ ਜੀ। ਅਤੇ ਦੂਜਾ ਕਾਰਪੋਰੇਟ ਰੂਲ ਕਰ ਰਿਹਾ। ਇਹਨਾਂ ਦਾ ਮਿਲਣ ਦਾ ਸਵਾਲ, ਕਾਰਪੋਰੇਟ ਦਾ ਰੂਲ ਜਿਹੜਾ ਉਹ ਕੁਝ ਖਾਸ ਘਰਾਣਿਆਂ ਨੂੰ ਦੀ ਅਮੀਰੀ ਲਈ ਹੈ, ਅਤੇ ਜਿਹੜਾ ਹਿੰਦੂ ਤਾਂ ਵੀ ਬਹੁ ਗਿਣਤੀ ਹੈ ਉਹ ਵੀ ਬਹੁਤੇ ਲੋਕਾਂ ਨੂੰ ਚਾਹੇ ਭੁੱਖੇ ਰੱਖੋ, ਜੋ ਮਰਜ਼ੀ ਰੱਖੋ। ਅੱਜ ਵੀ ਤੁਸੀਂ ਦੇਖੋ ਕੇਂਦਰ ਸਰਕਾਰ ਨੇ ਕਿਹਾ ਕਿ ਅਗਲੇ 3 ਮਹੀਨੇ ਹੋਰ ਮੁਫਤ ਅਸੀਂ 80 ਕਰੋੜ ਲੋਕਾਂ ਨੂੰ ਦਿਆਂਗੇ। ਉਹਦੇ 'ਚ ਮੈਜੋਰਿਟੀ ਹਿੰਦੂ ਹੀ ਹੈ, ਕਿਉਂਕਿ ਆਬਾਦੀ ਹਿੰਦੂ ਹੈ। ਉਹਨਾਂ ਨੂੰ ਰੋਜੀ ਰੋਟੀ ਜੋਗਾ ਤਾਂ ਤੁਸੀਂ ਕਰ ਨਹੀਂ ਰਹੇ, ਬਾਕੀ ਚੀਜ਼ਾਂ ਜੋਗਾ ਕਰ ਨਹੀਂ ਰਹੇ, ਪਰ ਇੱਕ ਸੈਂਟੀਮੈਂਟ, ਇੱਕ ਭਾਵਨਾ ਦੇ ਤੌਰ 'ਤੇ ਇਹ ਗੱਲ ਕਰ ਰਹੇ ਹੋ। ਉਹਦੇ ਖਿਲਾਫ, ਇਸ ਸਿਸਟਮ ਦੇ ਖਿਲਾਫ ਇੱਕ ਸਹਿਮਤੀ ਬਣਾਉਣ ਦੀ ਜਿਹੜੀ ਇੱਕ ਗੱਲ ਹੈ, ਖਾਸ ਤੌਰ 'ਤੇ ਜੇ ਸਿੱਖ ਸਿਧਾਂਤ ਅਤੇ ਕਮਿਊਨਿਸਟਾਂ ਦੀ ਗੱਲ ਹੈ, ਇਹਦੇ 'ਚ ਕਾਫੀ ਚੀਜ਼ਾਂ ਮਿਲਦੀਆਂ ਨੇ। ਖਾਸ ਤੌਰ 'ਤੇ ਇਨਸਾਨੀ ਪੱਖ, ਜੇ ਬਾਕੀ ਚੀਜ਼ਾਂ ਛੱਡ ਦਿਓ, ਉਹ ਵੀ ਇਨਸਾਨੀਅਤ ਦੀ ਗੱਲ ਕਰਦਾ। ਉਹ ਵੀ ਇਹ ਕਹਿੰਦਾ ਕਿ ਮੈਂ ਗਰੀਬ ਨੂੰ ਰਾਜ ਦੇਣਾ, ਔਰ ਸਿੱਖਿਜ਼ਮ ਵੀ ਕਹਿੰਦਾ ਗਰੀਬਨ ਸਿੱਖਣ ਕੋ ਦੂੰ ਮੈਂ ਪਾਤਸ਼ਾਹੀ ਗੁਰੂ ਕਹਿ ਰਿਹਾ। ਅਤੇ ਕਾਮਰੇਡ ਵੀ ਇਹ ਕਹਿੰਦੇ ਨੇ ਕਿ ਮਜ਼ਦੂਰ ਜਮਾਤ, ਕਿਰਤੀ ਬੰਦਾ, ਉਹਦਾ ਰਾਜ ਹੋਣਾ ਚਾਹੀਦਾ, ਸਮਾਜਿਕ ਬਰਾਬਰੀ ਹੋਣੀ ਚਾਹੀਦੀ ਹੈ, ਜਿਹੜੀਆਂ ਅਮੀਰ ਉੱਚ ਨੀਚ ਨਹੀਂ ਹੋਣੀ ਚਾਹੀਦੀ, ਭਾਈਚਾਰਕ ਤੌਰ 'ਤੇ ਸਾਂਝ ਹੋਣੀ ਚਾਹੀਦੀ ਹੈ। ਇਹ ਜਿੰਨੀਆਂ ਚੀਜ਼ਾਂ ਨੇ, ਜਿਹੜੀ ਸਪਿਰਿਟ ਹੈ ਉਹਦੀ, ਕਿ ਕਿਸੇ ਨਾਲ ਦਾ ਸ਼ੋਸ਼ਣ ਨਾ ਹੋਵੇ, ਧੱਕਾ ਨਾ ਹੋਵੇ, ਜ਼ੁਲਮ ਨਾ ਹੋਵੇ, ਇਹਦੇ 'ਚ ਲਗਭਗ ਸਹਿਮਤੀ ਨਜ਼ਰ ਆਉਂਦੀ ਹੈ ਇਹਨਾਂ ਸਾਰੀਆਂ ਚੀਜ਼ਾਂ 'ਚ। ਤਾਂ ਫਿਰ ਅਸਹਿਮਤੀ ਦਾ ਇਹੀ ਹੈ ਕਿ ਆਪੋ ਆਪਣੀ ਇੱਕ ਖੜਾ ਕਰਨ ਦੀ ਗੱਲ ਹੈ ਕਿ ਮੈਂ ਵੱਖਰਾ ਕਿਵੇਂ ਆ, ਅਤੇ ਮੈਂ ਵਖਰੇਵੇਂ ਵਾਲੇ ਨੂੰ ਜ਼ਿਆਦਾ ਉਭਾਰਦਾ ਚੀਜ਼ ਨੂੰ ਅਤੇ ਦੂਜੇ ਨੂੰ ਘੱਟ। ਪਹਿਲਾਂ ਜਿਵੇਂ ਸਿਮਰਜੀਤ ਮਾਨ ਨੂੰ ਲੋਕਾਂ ਨੇ ਜਿਤਾਇਆ ਸੰਗਰੂਰ ਦੇ ਵਿੱਚ, ਤੁਰੰਤ ਇੱਕ ਨਵੀਂ ਗੱਲ ਸ਼ੁਰੂ ਕਰਤੀ, ਭਗਤ ਸਿੰਘ ਸ਼ਹੀਦ ਹੈ ਜਾਂ ਨਹੀਂ ਹੈ, ਫਲਾਨਾ, ਅਤੇ ਇੱਕ ਨਵਾਂ ਹੀ ਪੰਗਾ ਸ਼ੁਰੂ ਹੋ ਗਿਆ। ਬਲਕਿ ਪਾਰਲੀਮੈਂਟ ਦੇ ਵਿੱਚ ਜਾ ਕੇ ਜਿਹੜੇ ਮੁੱਦੇ ਸੀ ਵੱਡੇ, ਜਿਨ੍ਹਾਂ ਦੀ ਗੱਲ ਮਾਨ ਸਾਹਿਬ ਵੈਸੇ ਕਰਦੇ ਨੇ ਨਾਰਮਲੀ, ਕਿ ਭਾਰਤ ਪਾਕਿਸਤਾਨ ਦੀ ਦੋਸਤੀ ਹੋਣੀ ਚਾਹੀਦੀ ਹੈ, ਬਾਰਡਰ ਖੋਲ੍ਹਣਾ ਚਾਹੀਦਾ ਹੈ, ਫੈਡਰਲਿਜ਼ਮ ਦਾ ਕੁਐਸਚਨ ਹੈ, ਇੰਨੇ ਅਧਿਕਾਰ ਸਾਨੂੰ ਚਾਹੀਦੇ ਨੇ, ਉਹਨਾਂ ਦੀਆਂ ਗੱਲਾਂ ਤਾਂ ਪਿੱਛੇ ਪੈ ਗਈਆਂ। ਪਿੱਛੇ ਡਿਬੇਟ ਕਿਹੜੀ ਸ਼ੁਰੂ ਹੋ ਗਈ, ਤੁਸੀਂ ਭਗਤ ਸਿੰਘ ਮਤਲਬ ਸ਼ਹੀਦ ਹੈ ਜਾਂ ਨਹੀਂ, ਉਹ ਹੀਰੋ ਹੈ। ਬਿਨਾਂ ਮਤਲਬ ਸਿੱਖ ਗੁਰੂਆਂ ਦੀ ਜਿਸ ਪੱਧਰ ਦੀ ਕੁਰਬਾਨੀ ਹੈ, ਜਿਸ ਕਿਸਮ ਦੀ ਫਿਲਾਸਫੀ ਹੈ, ਅਤੇ ਇਹਦਾ ਕੋਈ ਮੈਚ ਨਹੀਂ ਹੈ ਐਡੀਆਂ ਵੱਡੀਆਂ ਕੁਰਬਾਨੀਆਂ ਨਾਲ। ਪਰ ਭਗਤ ਸਿੰਘ ਹੋਣੀ ਵੀ, ਉਹ ਚਾਹੇ ਕਿਸੇ ਵੀ ਤੋਂ ਕਿੰਨੇ ਪ੍ਰੇਰਿਤ ਹੋਏ, ਕਿਸੇ ਤੋਂ ਕਿੰਨੇ, ਉਹਨਾਂ ਉਸ ਸ਼ਹਾਦਤਾਂ ਦੀ ਇੱਕ ਲੜੀ ਹੈ ਜਿਹੜੀ ਇੱਕ ਚੰਗੇ ਉਹਦੇ ਲਈ ਹੋ। ਤੁਹਾਡੇ ਵਿਚਾਰਕ ਵੱਖਰੇਵੇਂ ਹੋ ਸਕਦੇ ਨੇ, ਤੁਸੀਂ ਕਿਉਂ ਐਂ ਵੰਡ ਕੇ ਖੜਾ ਕਰਨਾ ਚਾਹੁੰਦੇ ਹੋ ਵੀ ਆਹ ਮੇਰਾ, ਉਹ ਤੇਰਾ, ਉਹ ਫਲਾਨਾ। ਔਰ ਜਿਹੜੇ ਬੰਦੇ ਸਮਾਜਿਕ ਸਰੋਕਾਰਾਂ ਨਾਲ ਜੁੜ ਕੇ ਤਿਆਗ ਤੇ ਕੁਰਬਾਨੀ ਕਰਦੇ ਨੇ, ਉਹ ਕਿਸੇ ਹੋਰ ਵਿਚਾਰਧਾਰਾ ਦੇ ਵੀ ਹੋਣ, ਉਹ ਇੱਕ ਪੰਜਾਬੀਅਤ ਦੇ ਜਾਂ ਇੱਕ ਕਲਚਰ ਦੇ ਸਾਂਝੇ ਹੀ ਇੱਕ ਲੈਵਲ ਦੇ ਬੰਦੇ ਹੁੰਦੇ ਨੇ। ਹੁਣ ਉਹੀ ਮਾਨ ਨੇ ਜੋ ਕੀਤਾ, ਮਾਨ ਨੂੰ ਜਵਾਬ ਦੇ ਦਿੱਤਾ ਜੋਗਿੰਦਰ ਸਿੰਘ ਉਗਰਾਹਾਂ ਨੇ। ਉਹ ਇਹ ਕਹਿਣ ਲੱਗ ਗਏ ਵੀ ਇਹ ਐਂ ਕਹਿੰਦਾ, ਦੇਖੋ ਜੀ ਇਹਦੀ ਸਮਝ 'ਚ ਕੋਈ ਪ੍ਰੋਬਲਮ ਹੈ,
ਤੇ ਅੱਜ ਮਾਨ ਨੇ ਫਿਰ ਉਦੋਂ ਬਾਅਦ ਫਿਰ ਕਰਤਾ ਉਹ ਪ੍ਰਿਤਪਾਲ ਸਿੰਘ ਵਾਲੇ ਦੇ ਜਿਹੜਾ ਸਮਾਗਮ ਸੀ ਦਸਤਾਰਬੰਦੀ ਵਾਲਾ ਰੋਡੇ, ਉਹ ਹੁਣ ਇਹ ਕਹਿਣ ਲੱਗਾ ਸਾਡੇ ਬੰਦਿਆਂ ਨੂੰ, ਸਾਡੇ ਸਿੱਖਾਂ ਨੂੰ ਕਾਮਰੇਡਾਂ ਭੱਜ ਗਏ, ਇਹ ਗਦਾਰ ਨੇ, ਸਾਡੇ ਸਿੱਖਾਂ ਨੇ ਐ ਕੀਤਾ, ਤੇ ਹੁਣ ਜਾ ਕੇ ਉਹਨਾਂ ਨੂੰ ਸਵਾਲ ਪੁੱਛੋ ਜਿੱਥੇ ਵੀ ਜਾਂਦੇ ਨੇ ਸਾਡੇ ਬੰਦੇ ਸਵਾਲ ਪੁੱਛਣਗੇ। ਇਹਦਾ ਮਤਲਬ ਇੱਕ ਨਵਾਂ ਤੁਸੀਂ ਸਲੋਗਨ ਕੀ ਦੇਤਾ ਹੈ ਕਿ ਪਿੰਡ ਪਿੰਡ ਲੜਾਈ ਕਰੋ। ਪਿੰਡ ਪਿੰਡ ਕਿਸਾਨ ਲੀਡਰਾਂ ਦੇ ਨਾਲ ਵੀ ਬੰਦੇ ਨੇ, ਪਿੰਡ ਪਿੰਡ ਸਿੱਖੀ ਨੂੰ ਮੰਨਣ ਵਾਲੇ ਵੀ ਬੰਦੇ ਨੇ, ਤੇ ਬਾਕੀ ਜਿੰਨੇ ਕਿਸਾਨ ਨੇ ਮੰਨ ਲਓ ਜੀ ਉਹ ਕਿਸਾਨ ਕਿਸਾਨੀ ਦੇ ਤੌਰ ਤੇ ਜਥੇਬੰਦੀ ਦੇ ਨਾਲ ਵੀ ਨੇ, ਪਰ ਉਹਦੇ ਚ ਮੈਜੋਰਟੀ ਸਿੱਖ ਵੀ ਨੇ ਜੀ। ਤੁਸੀਂ ਉਹਦੀ ਪਛਾਣ ਨੂੰ ਇਹ ਦੁਫਾੜ ਕਰਕੇ ਕਿਵੇਂ ਚਲਾਓਗੇ? ਮਤਲਬ ਦੋ ਧੜਿਆਂ 'ਚ ਵੰਡਾ ਕੇ ਕੀ ਕਰਨਾ ਚਾਹੁੰਦੇ ਆ? ਇਹ ਜਿਹੜੀ ਲੜਾਈ ਹੈ, ਇਹ ਲੜਾਈ ਹੁਕਮਰਾਨ ਦੇ ਪੱਖ 'ਚ ਜਾਂਦੀ ਹੈ ਹਮੇਸ਼ਾ ਹੀ। ਜਿਹੜਾ ਬੈਠਾ ਦਿੱਲੀ 'ਚ ਹੈ ਉਹ ਫਿਰ ਬਾਂਦਰ ਤੇ ਬਿੱਲੀਆਂ ਵਾਲਾ ਸਵਾਲ ਹੋਏਗਾ, ਦੋਨਾਂ ਨੂੰ ਕਹੇਗਾ ਕਿ ਤੁਸੀਂ ਮੂਰਖੋਂ ਆਏ ਨਾਲ ਲੜੋ, ਫਲਾਨਾ ਕਰੋ, ਧਮਕਾ ਕਰੋ, ਸਿਆਣਾ ਬਣ ਜਾਂਦਾ। ਜਿਹੜੀ ਲੜਾਈ ਸਿੱਧਤ ਹੋਣੀ ਚਾਹੀਦੀ ਸੀ ਉਸ ਪਾਸੇ ਵੱਲ ਸਿੱਧਤ ਨਾ ਹੋ ਕੇ ਤੁਸੀਂ ਇੱਕ ਦੂਜੇ ਦੇ ਖਿਲਾਫ ਜੇਕਰ ਤਲਵਾਰਾਂ ਜਿਹੜੀਆਂ ਖਿੱਚੋਗੇ ਉਸ ਪੱਧਰ ਦੀਆਂ ਹੋਣਗੀਆਂ। ਹੁਣ ਉਹਨਾਂ ਨੇ ਇਹ ਕਹਿਤਾ ਕਿ ਫਲਾਨਾ ਬੰਦਾ ਏਜੰਸੀਆਂ ਨੇ ਭੇਜਤਾ, ਫਲਾਨਾ ਕਿਹਨੇ ਭੇਜਤਾ, ਨਹੀਂ ਭੇਜਤਾ, ਇਹ ਤੋਂ ਸਵਾਲ ਇਹ ਹੈ ਕਿ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਮੰਨ ਲਓ ਉੱਥੇ ਉੱਭਰ ਰਹੀ ਹੈ, ਉਹਦੇ 'ਤੇ ਤੁਹਾਡਾ ਲੈਵਲ ਕੀ ਹੈ? ਕੀ ਤੁਸੀਂ ਉਹਦੇ 'ਤੇ ਆਪਣਾ ਲੌਜਿਕ ਦਿਓ, ਦਲੀਲ ਦਿਓ, ਦਲੀਲ ਨਾਲ ਉਹਨੂੰ ਕੰਡੈਮ ਕਰ ਦਿਓ, ਠੀਕ ਹੈ ਗੱਲ, ਹਰੇਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ। ਔਰ ਇਸ ਦੇਸ਼ ਦੇ ਸੰਵਿਧਾਨ ਦੇ ਵਿੱਚ ਇਸ ਦਿਨ ਦੀ ਸੁਪਰੀਮ ਕੋਰਟ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਵੀ ਈਵਨ ਬਲਵੰਤ ਸਿੰਘ ਸ਼ਾਹਪੁਰ ਬਨਾਮ ਸਟੇਟ ਆਫ ਪੰਜਾਬ 'ਚ ਜੱਜਮੈਂਟ ਦਿੱਤੀ ਹੋਈ ਹੈ ਕਿ ਸ਼ਾਂਤਮਈ ਤਰੀਕੇ ਨਾਲ ਕੋਈ ਅਲੱਗ ਰਾਜ ਦੀ ਗੱਲ ਵੀ ਕਰੇ, ਜੇ ਉਹ ਹਿੰਸਾ ਨਾ ਭੜਕਾਏ ਤਾਂ ਇਹ ਸੰਵਿਧਾਨ ਉਹਨੂੰ ਮਾਨਤਾ ਦਿੰਦਾ ਜੀ। ਹਾਂ, ਮੋੜਵੇਂ ਰੂਪ 'ਚ ਉਸ ਧਿਰ 'ਤੇ ਵੀ ਉੱਡੀ ਉਹ ਗੱਲ ਉਹ ਲਾਗੂ ਹੁੰਦੀ ਹੈ ਕਿ ਜੇ ਕੋਈ ਇਹ ਕੰਡੈਮ ਕਰਦਾ ਹੈ ਕਿ ਖਾਲਿਸਤਾਨ ਭਵਿੱਖ ਦਾ ਨਹੀਂ ਹੈ ਨਕਸ਼ਾ, ਇਹ ਹੋ ਹੀ ਨਹੀਂ ਸਕਦਾ ਔਰ ਇਹ ਗਲਤ ਹੈ, ਇਹਦੇ 'ਤੇ ਕੋਈ ਡਿਬੇਟ ਕਰਦਾ, ਤੁਹਾਨੂੰ ਵੀ ਮਾਦਾ ਰੱਖਣਾ ਪਊਗਾ ਭਾਈ ਸਹਿਣਸ਼ੀਲਤਾ ਦਾ। ਬਿਲਕੁਲ। ਤੇ ਦੂਜੇ ਬੰਦੇ ਦੀ ਸੁਣਨੀ ਪਏਗੀ, ਆਰਗੂਮੈਂਟ ਦਲੀਲ ਤਾਂ ਦਲੀਲ ਨਾਲ ਹੋਏਗਾ। ਜੇਕਰ ਉਹ ਦੂਜੇ ਦੀ ਜ਼ੁਬਾਨ ਬੰਦ ਕਰਨ ਲਈ ਤੁਸੀਂ ਹਥਿਆਰ ਚੱਕ ਲੋਗੇ ਤੇ ਆਪਦੀ ਗੱਲ ਕਹਿੰਦੇ ਰਹੋਗੇ, ਦੋਨੇ ਧਿਰਾਂ ਜੇ ਐਂ ਕਰਨਗੀਆਂ ਤਾਂ ਇਹ ਮੇਰੇ ਖਿਆਲ ਲੋਕਾਂ ਦੀ ਸੇਵਾ ਘੱਟ ਹੋਏਗੀ, ਪੰਜਾਬ ਦੀ ਸੇਵਾ ਘੱਟ ਹੋਏਗੀ, ਈਵਨ ਓਵਰਆਲ ਵੀ ਇਨਸਾਨੀਅਤ ਦੀ ਸੇਵਾ ਘੱਟ ਹੈ। ਤੇ ਆਪਸੀ ਹਉਮੈ ਤੇ ਤਕਰਾਰ ਨਾਲ ਕਿਸੇ ਖਾਸ ਜਿਹੜੇ ਸ਼ੋਸ਼ਤ ਕਰਨ ਵਾਲੇ ਲੋਕ ਨੇ ਉਹਨਾਂ ਦੀ ਸੇਵਾ ਵੱਧ ਜਾਊਗੀ। ਇਹਨੂੰ ਬਹੁਤ ਧਿਆਨ ਦੇ ਨਾਲ ਇਹ ਲੜਾਈ ਨੂੰ ਮੇਰੇ ਖਿਆਲ ਹੈ ਵਧਣ ਨਹੀਂ ਦੇਣਾ ਚਾਹੀਦਾ ਔਰ ਇਹਦੇ 'ਚ ਆਪਸੀ ਸੰਵਾਦ ਹੋ ਸਕਦਾ ਜੀ। ਕਮਿਊਨਿਸਟਾਂ ਦੇ ਆਪਣਾ ਵਿਚਾਰਧਾਰਾ ਆਪਣੇ ਤਰੀਕੇ ਨਾਲ ਕਰਨ, ਸਿੱਖਾਂ ਦੀ ਆਪਣੀ ਵਿਚਾਰਧਾਰਾ ਆਪਣੇ ਤਰੀਕੇ ਨਾਲ ਕਰਨ, ਜਾਂ ਕੋਈ ਹੋਰ ਹੈ। ਬਲਕਿ ਮੈਨੂੰ ਤਾਂ ਇਹ ਵੀ ਲੱਗਦਾ ਕਿ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਨੇ, ਐਂ ਨਹੀਂ ਕੱਟੜ ਕੇ ਸਾਰੇ ਨਾਸਤਿਕ ਨੇ ਕਮਿਊਨਿਸਟ, ਦੂਜੇ ਆਸਤਿਕ ਨੇ ਸਾਰੇ, ਜਾਂ ਸਿੱਖੀ ਦੇ ਵਿੱਚ ਸਾਰੇ ਉਨੇ ਹੀ ਪਰਪੱਕ ਨੇ ਜੀ ਜਿਹੜੇ ਸਾਰੇ ਜਾਣਦੇ ਨੇ। ਇੱਕ ਇਹ ਪੋਲੀਟੀਕਲ ਮੁੱਦਿਆਂ 'ਤੇ ਤੁਸੀਂ ਲੜਾਈ ਨਾ, ਪੋਲੀਟੀਕਲ ਮੁੱਦਿਆਂ 'ਤੇ ਤੁਹਾਨੂੰ ਆਪਸੀ ਸੰਵਾਦ, ਆਪੋ ਆਪਣਾ ਲੌਜਿਕ, ਆਪੋ ਆਪਣੀ ਦਲੀਲ, ਆਪੋ ਆਪਣੇ ਤੱਥ ਪੇਸ਼ ਕਰਨੇ ਚਾਹੀਦੇ ਨੇ। ਸਮਾਜ 'ਚ ਲੋਕ ਜਿਹਨੂੰ ਵੀ ਠੀਕ ਸਮਝਣਗੇ ਉਹਦੇ ਨਾਲ ਚੱਲੀ ਜਾਣਗੇ, ਜਿੰਨੇ ਵੀ ਚੱਲਣਗੇ। ਔਰ ਜਿਹੜਾ ਇਹ ਵਰਤਾਂਤ ਤੁਰੰਤ ਸਿਰਜਣ ਦਾ ਜਿਹੜਾ ਮੈਨੂੰ ਲੱਗਦਾ ਪੰਜਾਬ ਦੇ ਲਈ ਖਤਰਨਾਕ ਹੈ ਕਾਫੀ ਜੀ। ਹਮੀਰ ਜੀ, ਜਿਹੜਾ ਇਹ ਵਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਤੋਂ ਪਹਿਲਾਂ ਵੀ ਇਹ ਕੋਸ਼ਿਸ਼ਾਂ ਕੀਤੀਆਂ ਗਈਆਂ। ਗੱਲ ਕਰੀਏ ਕਿਸਾਨ ਅੰਦੋਲਨ ਦੀ, ਉਸ ਸਮੇਂ ਵੀ ਜਿਹੜਾ ਹੈਗਾ ਇੱਕ ਰਾਜਨੀਤਿਕ ਧਿਰ ਕਹਿ ਲਈਏ ਜਾਂ ਇੱਕ ਦਲ ਵੱਲੋਂ ਜਿਹੜਾ ਹੈਗਾ ਅਜਿਹਾ ਪ੍ਰਚਾਰ ਕੀਤਾ ਗਿਆ ਤੇ ਜਿਹੜਾ ਵਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਸਮੇਂ ਕਿਸਾਨਾਂ ਦਾ ਏਕਾ ਕਹਿ ਲਓ, ਸਾਰੇ ਵੱਖ-ਵੱਖ ਵਰਗਾਂ ਦਾ ਏਕਾ ਕਹਿ ਲਓ, ਉਹ ਕਾਮਯਾਬ ਨਹੀਂ ਹੋ ਸਕੇ ਸੀਗੇ ਤੇ ਉਹ ਕਿਸਾਨ ਅੰਦੋਲਨ ਕਾਮਯਾਬ ਹੋਇਆ। ਪਰ ਅਸੀਂ ਜਾਣਨਾ ਚਾਹਾਂਗੇ ਪੰਜਾਬ ਦੇ ਹਿੱਤ ਵਿੱਚ ਸਭ ਨੂੰ ਕੀ ਕਰਨਾ ਚਾਹੀਦਾ ਹੈ, ਕਿਸ ਤਰ੍ਹਾਂ ਦਾ ਫੈਸਲਾ ਜਿਹੜਾ ਹੈਗਾ ਲੈਣਾ ਚਾਹੀਦਾ ਹੈ? ਅਸਲ 'ਚ ਇਸ ਸਮੇਂ ਦੇ ਦੌਰਾਨ ਕਿਸਾਨ ਅੰਦੋਲਨ ਇੱਕ ਬਹੁਤ ਵਿਲੱਖਣ ਕਿਸਮ ਦਾ ਅੰਦੋਲਨ ਸੀਗਾ। ਜਿਹੜੇ ਅੰਦੋਲਨ ਨੇ ਆ ਬਹੁਤ ਸਾਰੀਆਂ ਵੰਡਾਂ ਨੂੰ ਖਤਮ ਕੀਤਾ, ਮਤਲਬ ਜੇ ਖਤਮ ਨਹੀਂ ਕੀਤਾ ਕਾਫੀ ਮੱਧਮ ਕੀਤਾ, ਜਿਹਨੇ ਇੱਕ ਪੂਰੇ ਜਿਹੜਾ ਸਮਾਜਿਕ ਤਾਣਾ ਬਾਣਾ ਦੇ ਸੀ ਉਹਦੇ ਵਿੱਚ ਲੋਕਾਂ ਨੂੰ ਪ੍ਰੇਰਿਤ ਕੀਤਾ, ਮੋਟੀਵੇਟ ਕੀਤਾ। ਇਸੇ ਕਰਕੇ ਐਡੀ ਵੱਡੀ ਸਰਕਾਰ ਜਿਹੜੇ ਕਹਿੰਦੇ ਸੀ ਨਹੀਂ ਮੋਦੀ ਹੈ ਤਾਂ ਬੜਾ ਮੁਸ਼ਕਲ ਕੰਮ ਹੈ, ਵਾਪਸ ਨਹੀਂ ਹੋ ਸਕਦੇ, ਉਹ ਕਾਨੂੰਨ ਵਾਪਸ ਕਰਾਉਣ ਤੱਕ ਚਲੇ ਗਏ। ਮਤਲਬ ਐਡਾ ਲੰਮਾ, ਨਾ ਕੇਵਲ ਪੰਜਾਬ 'ਚ, ਦੇਸ਼ 'ਚ, ਵਿਦੇਸ਼ 'ਚ ਬੈਠਾ ਜਿਹੜਾ ਪੰਜਾਬੀ ਸੀ ਉਹ ਸਭ ਨੇ, ਨਾ ਕੇਵਲ ਪੰਜਾਬੀ ਬਲਕਿ ਇਹਨੇ ਯੂਰਪੀਅਨ ਬਾਕੀ ਲੋਕਾਂ ਨੂੰ ਵੀ ਪ੍ਰਭਾਵਿਤ ਕੀਤਾ ਇਸ ਅੰਦੋਲਨ ਨੇ। ਔਰ ਇਸੇ ਕਰਕੇ ਉਹ ਕਿਵੇਂ ਕੀਤਾ? ਉਹ ਤਾਂ ਕੀਤਾ ਕਿਉਂਕਿ ਉਸ ਟੋਟਲ ਅੰਦੋਲਨ ਦੇ ਵਿੱਚ ਤੁਸੀਂ ਦੇਖਿਆ ਕਿ ਕਮਿਊਨਿਸਟਾਂ ਨੇ ਵੀ ਆਪਣੇ ਆਪ ਨੂੰ ਥੋੜ੍ਹਾ ਮੋਲਡ ਕੀਤਾ। ਪਹਿਲਾਂ ਜਿਹੜਾ ਕੱਟੜਪਣ ਸੀ ਉੱਥੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀ ਕਹਿਣੀ ਸ਼ੁਰੂ ਹੋਈ ਸਾਰੀਆਂ ਸਟੇਜਾਂ 'ਤੇ ਉੱਤੇ, ਔਰ ਇੱਕ ਦੂਜੇ ਨੂੰ ਵੱਡਾ ਨਿਸ਼ਾਨ ਸਾਹਿਬ ਵੀ ਉੱਥੇ ਲੱਗਿਆ ਹੋਇਆ ਹੈ, ਉੱਥੇ ਲਾਲ ਝੰਡਾ ਵੀ ਲੱਗਿਆ ਰਿਹਾ, ਉੱਥੇ ਵੱਖ-ਵੱਖ ਟਾਈਪ ਦੇ ਕਿਸਾਨੀ ਝੰਡੇ ਵੀ ਲੱਗੇ ਰਹੇ। ਤਮਾਮ ਵੱਖ-ਵੱਖ ਝੰਡਿਆਂ ਦੇ ਬਾਵਜੂਦ ਪਰ ਇੱਕ ਏਕਤਾ ਜਿਹੜੀ
ਸਾਂਝਾ ਲੰਗਰ ਹੈ, ਸਰਬੱਤ ਦੇ ਭਲੇ ਦਾ ਗੁਰੂ ਨਾਨਕ ਦਾ ਜਿਹੜਾ ਸਿਧਾਂਤ ਹੈ ਅਸਲ ਦੇ ਵਿੱਚ। ਗੁਰੂ ਨਾਨਕ ਦੇਵ ਜਦੋਂ ਸਰਬੱਤ ਦਾ ਭਲਾ ਕਹਿੰਦੇ ਨੇ, ਸਰਬੱਤ ਦੇ ਭਲੇ ਦੇ ਵਿੱਚ ਤਾਂ ਫਿਰ ਕਾਮਰੇਡ ਵੀ ਆਉਂਦਾ, ਕੋਈ ਹੋਰ ਹੋਏ, ਕੋਈ ਹਿੰਦੂ ਸਿੱਖ ਜੇ ਉਹ 'ਚ ਤਾਂ ਕੋਈ ਮਤਲਬ ਹੀ ਨਹੀਂ। ਬਿਲਕੁਲ ਉਹ 'ਚ ਤਾਂ ਸਾਰ ਹੈ। ਜਦੋਂ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਦੀ ਗੱਲ ਆਉਂਦੀ ਹੈ ਤਾਂ ਉਹਦੇ 'ਚ ਤਾਂ ਇਹਦਾ ਮਤਲਬ ਸਾਰਾ ਗੱਲ ਹੀ ਆਉਂਦੀ ਹੈ ਉਸ ਮਾਮਲੇ ਦੇ ਵਿੱਚ। ਇਸ ਲਈ ਉਹ ਜਿਹੜਾ ਵੱਡਾ ਇਖਲਾਕ ਸੀ। ਤੀਜੀ ਗੱਲ ਉਹਨੇ ਇਹ ਸਾਬਤ ਕੀਤਾ ਸੀ ਉਸ ਅੰਦੋਲਨ ਨੇ ਕਿ ਅਸੀਂ ਅਕਾਲੀ ਮੋਰਚਿਆਂ ਦੀ ਤਰ੍ਹਾਂ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਗੱਲ ਨੂੰ ਕਹਾਂਗੇ। ਜੇ ਕੁਰਬਾਨੀ ਦੇਣੀ ਪਈ ਉਵੇਂ ਹੀ ਦੇਾਂਗੇ ਜਿਵੇਂ ਅਕਾਲੀ ਮੋਰਚਿਆਂ ਦੇ ਵਿੱਚ ਆਈ ਹੈ। ਉਹਨਾਂ ਨੇ ਹਥਿਆਰਾਂ ਨੂੰ ਉਸ ਪੱਧਰ ਤੇ ਪ੍ਰਮੋਟ ਨਹੀਂ ਕੀਤਾ ਔਰ ਲੀਡਰ ਸਗੋਂ ਇਹ ਕਹਿੰਦੇ ਰਹੇ ਵੀ ਜਿੱਦਣ ਤੁਸੀਂ ਹਿੰਸਾ 'ਚ ਆ ਗਏ ਸਮਝ ਲਓ ਸਟੇਟ ਜਿੱਤ ਗਈ, ਤੁਹਾਡੇ ਮਤਲਬ ਤੁਹਾਡਾ ਖਾਤਮਾ ਵੀ ਕਰੂਗੀ ਤੇ ਆਪ ਉਹ ਵੱਡੀ ਹੋ ਜੂਗੀ ਸਗੋਂ ਉਦੋਂ ਜ਼ਿਆਦਾ। ਔਰ ਅੱਜ ਦੇ ਦੌਰ ਦੇ ਵਿੱਚ ਜਮਹੂਰੀ ਤਰੀਕੇ ਦੀ ਜੇਕਰ ਲਾਮਿਸਾਲ ਕੋਈ ਲਾਮਬੰਦੀ ਸੀ ਉਹ ਕਿਸਾਨ ਅੰਦੋਲਨ ਸੀ। ਔਰ ਇਸੇ ਕਰਕੇ ਕਿਉਂ ਸਮੁੱਚੇ ਪੰਜਾਬ ਦੇ ਵਿੱਚ ਅੱਜ ਵੀ ਇਹ ਸਾਰੇ ਜਿਹੜੇ ਕੇਸਰੀ ਨਿਸ਼ਾਨ ਸਾਹਿਬ ਦਾ ਸਵਾਲ ਹੈ ਔਰ ਇਦੋਂ ਪਿਛੋਕੜ ਤੋਂ ਲੈ ਕੇ ਉਹ ਇੱਕ ਸੁਰੱਖਿਆ ਦਾ ਉਹ ਇੱਕ ਵਾਤਾਵਰਨ ਮਾਹੌਲ ਉਹਦੇ 'ਚ ਪੈਦਾ ਹੁੰਦਾ, ਸਰਬੱਤ ਦੇ ਭਲੇ ਦਾ ਜਦੋਂ ਹੁੰਦਾ ਜਾਂ ਬਾਕੀ ਦਾ ਹੁੰਦਾ। ਪਰ ਦੋਨੇ ਧਿਰਾਂ ਨੂੰ ਇਹ ਵੀ ਸੋਚਣਾ ਪਏਗਾ, ਚਾਹੇ ਉਹ ਕਮਿਊਨਿਸਟ ਨੇ ਚਾਹੇ ਉਹ ਮਤਲਬ ਅਕਾਲੀ ਖਾਲਸੇ ਨੇ, ਅੱਜ ਤੱਕ ਅਸੀਂ ਗੁਰੂ ਦੇ ਸਿਧਾਂਤ ਦੇ ਨੇੜੇ ਨਹੀਂ ਗਏ ਪ੍ਰੈਕਟਿਸ ਦੇ ਵਿੱਚ। ਕਹਿਣੀ ਦੇ ਵਿੱਚ ਬਹੁਤ ਗਿਆ, ਕਹਿਣੀ ਦੇ ਮਤਲਬ ਜੇ ਪ੍ਰੈਕਟਿਸ ਦੇ ਵਿੱਚ ਆਪਾਂ ਕਹੀਏ ਅਜੇ ਵੀ ਪੰਜਾਬ ਦੇ ਵਿੱਚ ਜਾਤ ਦਾ ਕੁਐਸਚਨ ਕਾਫੀ ਬੜਾ ਕੁਐਸਚਨ ਹੈ ਸਾਰਿਆਂ ਦੇ ਮਾਮਲਿਆਂ ਦੇ ਵਿੱਚ ਹੀ। ਔਰ ਜਦੋਂ ਗੁਰੂ ਨਾਨਕ ਸਾਹਿਬ ਤਾਂ ਕਹਿੰਦੇ ਨੇ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਤਾਂ ਨੀਚ ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸਿਉ ਕੋ ਰੀਸ। ਔਰ ਉਹ ਇਹ ਉਹਨਾਂ ਦੇ ਨਾਲ ਖੜੇ ਨੇ ਮਤਲਬ ਗਰੀਬ ਬੰਦੇ ਦੇ ਨਾਲ ਤੇ ਬਾਕੀ ਸਾਰੇ ਜਾਤ ਪਾਤ ਨੂੰ ਮਿਟਾ ਕੇ। ਇਸ ਲਈ ਇਹ ਸੀ ਵੀ ਜਿਹਨੇ ਅੰਮ੍ਰਿਤ ਛਕ ਲਿਆ ਉਹਦੀ ਸ਼ਕਲ ਬਦਲ ਗਈ, ਉਹ ਖਾਲਸਾ ਜੀ, ਉਹਦੀ ਕੋਈ ਜਾਤ ਨਹੀਂ ਜੀ। ਬਿਲਕੁਲ। ਪਰ ਆ ਜਿਹੜੇ ਅਸੀਂ ਗੋਤ ਜਾਤ ਸੰਧੂ ਬਰਾੜ ਫਲਾਨੇ ਅਲਮ ਗਲਮ ਹੁਣ ਲਾਉਣਾ ਸ਼ੁਰੂ ਕੀਤਾ, ਇਹ ਕਾਹਦੀ ਚੀਜ਼ ਹੈ ਫਿਰ ਜੀ? ਜਿਹੜੀਆਂ ਚੀਜ਼ਾਂ ਆ ਰਹੀਆਂ ਨੇ ਕੀ ਪਿੰਡਾਂ ਦੇ ਵਿੱਚ ਇਹਦਾ ਮਤਲਬ ਉਹ ਖਾਲਸਾ ਜਿਹੜਾ ਬੈਠਾ ਹੈ ਪਿੰਡਾਂ 'ਚ ਸੈਂਕੜੇ ਲੋਕ ਅੰਮ੍ਰਿਤਧਾਰੀ ਨੇ, ਕੀ ਉਹ ਇਹ ਵਖਰੇਵਾ ਨਹੀਂ ਕਰ ਰਹੇ? ਕੀ ਵੱਖਰੇ ਸ਼ਮਸ਼ਾਨ ਘਾਟ ਨਹੀਂ ਹੈ? ਕਿ ਬਾਕੀ ਚੀਜ਼ਾਂ ਨਹੀਂ ਹੈ? ਕਿੰਨੀਆਂ ਚੀਜ਼ਾਂ ਨੇ? ਉਹਨਾਂ ਚੀਜ਼ਾਂ ਨੂੰ ਵੀ ਦੇਖਣ ਦਾ ਸਵਾਲ ਹੈ ਕਿ ਅਜੇ ਅਸੀਂ ਬਹੁਤ ਨੇੜੇ ਜਾਣਾ, ਇਕੱਲੇ ਇੰਨੇ ਕਹਿਣ ਦੇ ਨਾਲ ਨਹੀਂ ਚਲੇ ਜਾਵਾਂਗੇ। ਆਪਣੇ ਜੀਵਨ ਜਾਂਚ ਨੂੰ ਉਸ ਪੱਧਰ ਦੇ ਉੱਤੇ ਜਿੰਨਾ ਚਿਰ ਨਹੀਂ ਢਲਦੀ ਉਹਨਾਂ ਚਿਰ ਉੱਥੇ ਨਹੀਂ ਜਾਂਦੀ, ਉਹਦਾ ਰਿਜ਼ਲਟ ਵੀ ਉਹਨਾਂ ਚਿਰ ਉਸ ਪੱਧਰ ਤੇ ਉਹੋ ਜਿਹਾ ਨਹੀਂ ਆਏਗਾ ਜਿਹੋ ਜਿਹਾ ਜਾ ਰਿਹਾ। ਔਰ ਬਹੁਤੇ ਦਲਿਤ ਜੇ ਡੇਰਿਆਂ ਵੱਲ ਜਾ ਰਹੇ ਨੇ ਤੇ ਆਲੇ ਦੁਆਲੇ ਜੇ ਕਿਤੇ ਵੀ ਜਾ ਰਹੇ ਨੇ, ਉਹਦੀ ਵਜ੍ਹਾ ਇਹ ਹੈ ਕਿ ਪ੍ਰੈਕਟੀਕਲ ਲਾਈਫ ਦੇ ਵਿੱਚ ਫੈਸਲਾਕੁਨ ਸੰਸਥਾਵਾਂ ਦੇ ਵਿੱਚ ਉਹਨਾਂ ਲਈ ਕਿੱਥੇ ਸਪੇਸ ਛੱਡੀ ਹੈ। ਬਿਲਕੁਲ ਇਹਨਾਂ ਗੱਲਾਂ ਨੂੰ ਸੋਚਣਾ ਤੇ ਜਾਣਨਾ ਮੇਰਾ ਖਿਆਲ ਹੈ ਬੇਹੱਦ ਜ਼ਰੂਰੀ ਹੈ, ਸਾਂਝੇ ਤੌਰ ਤੇ ਇੱਕ ਸੰਵਾਦ ਸ਼ੁਰੂ ਕਰਕੇ। ਹਮੀਰ ਜੀ, ਇਹਦੇ ਨਾਲ ਹੀ ਗੱਲ ਕਰੀਏ ਪੰਜਾਬ ਵਿਧਾਨ ਸਭਾ ਬਾਰੇ, ਤਾਂ ਪੰਜਾਬ ਵਿਧਾਨ ਸਭਾ ਨੂੰ ਲੈ ਕੇ ਜਿਹੜਾ ਵਿਵਾਦ ਲਗਾਤਾਰ ਜਾਰੀ ਹੈ। ਅੱਜ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਵੀ ਮੁੱਖ ਮੰਤਰੀ ਦੇ ਨਾਮ ਇੱਕ ਪੱਤਰ ਲਿਖਿਆ ਗਿਆ ਜਿਸ 'ਚ ਕਿਹਾ ਗਿਆ ਵੀ ਕਿ ਜਿਸ ਮੁੱਦੇ ਤੇ ਸੰਵਿਧਾਨ ਇਹ ਸੈਸ਼ਨ ਸੱਦਿਆ ਗਿਆ ਸੀਗਾ ਉਹਨਾਂ ਮੁੱਦਿਆਂ ਦੀ ਗੱਲ ਹੀ ਨਹੀਂ ਹੋ ਰਹੀ। ਤੇ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਜਿਹੜਾ ਹੈਗਾ ਕਾਂਗਰਸੀ ਵਿਧਾਇਕਾਂ ਦੇ ਨਾਲ ਸਰਾਰੀ ਦਾ ਮੁੱਦਾ ਜਿਹੜਾ ਅੱਜ ਚੱਕਿਆ ਗਿਆ। ਅਸੀਂ ਜਾਣਨਾ ਚਾਹਾਂਗੇ ਅੱਜ ਦੀ ਵਿਧਾਨ ਸਭਾ ਦੇ ਦੂਜੇ ਦਿਨ ਦੇ ਜਿਹੜਾ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਕਿਹੋ ਜਿਹੀ ਰਹੀ? ਵਿਧਾਨ ਸਭਾ ਦਾ ਸੈਸ਼ਨ ਚੱਲਿਆ ਸੀ 2 ਵਜੇ, ਮਤਲਬ ਉਹ ਸੀ ਪਹਿਲਾਂ ਤਾਂ ਪ੍ਰਸ਼ਨ ਕਾਲ ਨਹੀਂ ਹੈ, ਜ਼ੀਰੋ ਆਵਰ ਨਹੀਂ ਹੈ, ਰੌਲਾ ਰੂਲਾ ਪਾਇਆ, ਜ਼ੀਰੋ ਆਵਰ ਤਾਂ ਦੇਤਾ ਵੀ ਚਲੋ ਜ਼ੀਰੋ ਆਵਰ 'ਚ ਥੋੜ੍ਹਾ ਬਹੁਤ ਗੱਲ ਕਰ ਲਓ। ਉਹਦੇ 'ਚ ਇਹ 2 ਸਵਾਲ ਆਪਣੇ ਆਪ 'ਚ, ਚਾਹੇ ਉਹ ਅਸ਼ਵਨੀ ਸ਼ਰਮਾ ਨੇ ਚਿੱਠੀ ਲਿਖੀ ਹੈ ਚੀਫ ਮਿਨਿਸਟਰ ਨੂੰ, ਚਾਹੇ ਪ੍ਰਤਾਪ ਬਾਜਵਾ ਨੇ ਲਿਖੀ ਹੈ ਸਪੀਕਰ ਨੂੰ ਜੀ। ਪ੍ਰਤਾਪ ਬਾਜਵਾ ਨੇ ਦੀ ਚਿੱਠੀ 'ਚ ਇਹ ਕਿਹਾ ਗਿਆ ਸੀ ਕਿ ਚੀਫ ਮਿਨਿਸਟਰ ਨੂੰ ਸੈਂਸਿਓਰ ਕਰਨਾ ਚਾਹੀਦਾ। ਸੈਂਸਿਓਰ ਦਾ ਮਤਲਬ ਹੁੰਦਾ ਕਿ ਨਿੰਦਾ ਪ੍ਰਸਤਾਵ, ਹੋਰ ਉਹਦੇ 'ਚ ਕੋਈ ਸਜ਼ਾ ਨਹੀਂ ਹੁੰਦੀ ਵੀ ਅਸੀਂ ਅੱਜ ਦਾ ਹਾਊਸ ਇਹਦੀ ਨਿੰਦਾ ਕਰਦਾ ਕਿ ਇਹਨੇ ਕਾਨੂੰਨੀ ਤੌਰ 'ਤੇ ਠੀਕ ਕੰਮ ਨਹੀਂ ਕੀਤਾ। ਇਹ 2 ਗੱਲਾਂ ਦਾ ਆਪਣੇ ਆਪ 'ਚ ਇੱਕ ਵਜਨ ਹੈ। ਵਜਨ ਤਾਂ ਹੈ ਉਹਨਾਂ ਕੁ ਕਿ ਪਹਿਲਾ ਜਿਹੜਾ ਇਜਲਾਸ ਸੱਦਿਆ ਸੀ ਵਿਧਾਨ ਸਭਾ ਦਾ ਗਵਰਨਰ ਤੋਂ, ਉਹ ਇਹ ਸੱਦਿਆ ਸੀ ਕਿ ਅਸੀਂ ਭਰੋਸੇ ਦਾ ਵੋਟ ਲੈਣ ਦੇ ਲਈ ਵਿਧਾਨ ਸਭਾ ਸੱਦਦੇ ਹਾਂ ਜੀ। ਉਹ ਉਹਨਾਂ ਨੇ ਰਿਜੈਕਟ ਕਰਤਾ, ਇੱਕ ਵਾਰ ਮੰਨ ਕੇ ਦੂਜੇ ਵਾਰ ਰਿਜੈਕਟ ਕਰਤਾ। ਫਿਰ ਜਿਹੜਾ ਗਵਰਨਰ ਨੂੰ ਭੇਜੀ ਗਈ ਚਿੱਠੀ ਆ ਉਹ 'ਚ ਇਹਦਾ ਜ਼ਿਕਰ ਨਹੀਂ ਆ, ਉਹਦੇ 'ਚ ਜ਼ਿਕਰ ਆਉਂਦਾ GST ਦਾ, ਪਰਾਲੀ ਦਾ ਤੇ ਬਿਜਲੀ ਦੇ ਮਾਮਲਿਆਂ ਦਾ। ਤੇ ਹੁਣ ਪਰਾਲੀ ਬਿਜਲੀ ਤੇ ਬਾਕੀ ਚੀਜ਼ਾਂ ਪਤਾ ਨਹੀਂ ਕਿੱਥੇ ਨੇ। ਪਹਿਲਾ ਮਤਾ ਹੀ ਤੁਸੀਂ ਇਹੀ ਲਿਆਂਦਾ, ਜਾਂ ਤਾਂ ਚਲਦੇ ਚਲਦੇ ਚਲੋ ਬਾਅਦ ਬੂਦ 'ਚ ਮਤਾ ਲਿਆਉਂਦੇ ਤਾਂ ਕੋਈ ਗੱਲ ਨਹੀਂ ਸੀ ਐਡੀ, ਹੈ ਨਾ। ਇਹਦਾ ਜਵਾਬ ਕੋਈ ਦਲੀਲ ਬਾਦ ਦਲੀਲ ਜਵਾਬ ਸਰਕਾਰ ਨਹੀਂ ਦੇ ਪਾ ਰਹੀ, ਵੈਸੇ ਇਹ ਗੱਲ ਤਾਂ ਕਲੀਅਰ ਹੈ ਜੀ। ਪਰ ਨਾਲ ਦੀ ਨਾਲ ਇੱਕ ਗੱਲ ਇਹ ਵੀ ਹੈ ਕਿ ਵਿਧਾਨ ਸਭਾ ਨੂੰ ਇਹਦੇ ਤੇ ਆਪਣੀ ਹਾਜ਼ਰੀ ਲੱਗ ਗਈ, ਸਾਰੀਆਂ ਵਿਰੋਧੀ ਧਿਰਾਂ ਨੇ ਕਹਿ ਤਾ। ਇਹਦੇ ਨਾਲ ਐ ਨਹੀਂ ਕਿ ਕੰਮ ਜਮਾ ਹੀ ਖੜ ਗਿਆ ਜੀ, ਹੁਣ ਕੁਝ ਕਰੋ ਹੀ ਨਾ ਮੁੜ ਕੇ, ਜਾਂ ਇੱਥੇ ਹੀ ਖੜ ਗਿਆ। ਤਾਂ ਵਿਧਾਨ ਸਭਾ ਦੇ ਵਿੱਚ ਜਿਹੜੇ ਬਾਕੀ ਮੁੱਦੇ ਨੇ ਜਿੰਨੇ ਕੁ ਦਿਨ ਰਹਿ ਗਏ ਜਿਹੜਾ ਵਧਾਇਆ ਉਹਦੇ 'ਚ ਤਾਂ ਚਰਚਾ ਕਰੋ ਨਾ ਖੂਬ ਠੀਕ ਤਰੀਕੇ ਨਾਲ ਜਿਹੜੀਆਂ ਨੇ।
ਜਿਹੜਾ ਤੁਹਾਡੇ ਕੋਲ ਮੁੱਦਾ ਤੁਸੀਂ ਉਹਦੇ ਤੇ ਕਹਿ ਲਓ ਕਿ ਵੀ ਇਹਦੇ ਤੇ ਸਪੈਸ਼ਲ ਟਾਈਮ ਰੱਖੋ ਜਾਂ ਬਾਕੀ ਦੀਆਂ ਚੀਜ਼ਾਂ ਨੇ। ਮਤਲਬ ਕੱਲਾ ਇੰਨਾ ਵੀ ਨਹੀਂ ਵੀ ਆਪਾਂ ਨੂੰ ਇੱਕ ਨੁਕਤਾ ਮਿਲ ਗਿਆ, ਇਹ ਲੋਕਾਂ ਦੇ ਧਿਆਨ 'ਚ ਆ ਗਿਆ, 2 ਦਿਨ ਆ ਗਿਆ ਬਹੁਤ ਹੈ। ਤੇ ਇਸ ਤੋਂ ਬਾਅਦ ਹੁਣ ਕੋਈ ਗੱਲ ਵੀ ਕਰਨੀ ਚਾਹੀਦੀ ਹੈ ਜਿਹੜੀ ਵਿਰੋਧੀ ਧਿਰ ਉਸ ਪੱਧਰ ਦੇ ਉੱਤੇ ਜਾਂਦੀ ਹੈ। ਔਰ ਜੇ ਉਹ ਐਵੇਂ ਹੀ ਉੱਠ ਜਾਂਦਾ ਹੈ ਤੇ ਐਵੇਂ ਇਜਲਾਸ 'ਚ ਹੋ ਹੱਲਾ ਹੁੰਦਾ, ਕਿਸੇ ਨੂੰ ਬਾਹਰ ਕੱਢ ਦਿਓ, ਕਿਸੇ ਨੂੰ ਅੰਦਰ, ਫਿਰ ਲਾਈਵ ਟੈਲੀਕਾਸਟ ਜੇ ਉਹ ਲੀਡਰਾਂ ਦਾ ਜਲੂਸ ਲੋਕ ਦੇਖਦੇ ਹੀ ਨੇ। ਔਰ ਜਿਹੋ ਜਿਹੀ ਸ਼ਬਦਾਵਲੀ ਵਿਧਾਨ ਸਭਾ 'ਚ ਵਰਤੀ ਜਾ ਰਹੀ ਹੈ, ਉਹ ਸ਼ਬਦਾਵਲੀ ਬੜੀ ਜ਼ਿਆਦਾ ਨੀਵੇਂ ਦਰਜੇ ਦੀ ਹੈ। ਮੇਰੇ ਖਿਆਲ ਉਹ ਪੱਧਰ ਦੀ ਨਹੀਂ। ਕੋਈ ਇੱਕ ਦੂਜੇ ਨੂੰ ਕਹੇਗਾ ਜਿਵੇਂ ਨਾ ਲੜਾਈ ਲੜ ਰਹੇ ਹੋ ਤੇ ਜੰਗ ਦੇ ਮੈਦਾਨ 'ਚੋਂ ਅੱਖ ਚੱਖ ਪਾ ਕੇ ਗੱਲ ਕਰਕੇ ਦਿਖਾ, ਫਲਾਨਾ ਕਰਕੇ ਦਿਖਾ, ਜੇ ਕਰਕੇ ਦਿਖਾ। ਤੇ ਇੱਕ ਜਿਹੜਾ ਨੁਕਤਾ ਅੱਜ ਕਾਂਗਰਸ ਨੇ ਵਿਰੋਧੀ ਧਿਰ ਦੇ ਤੌਰ ਤੇ ਉਠਾਇਆ ਹੈ, ਮਿਨਿਸਟਰ ਸਰਾਰੀ ਦਾ ਮਾਮਲਾ, ਉਹਦੇ ਤੇ ਵੀ ਸਰਕਾਰ ਨੂੰ ਵਾਜਬ ਜਵਾਬ ਦੇਣਾ ਚਾਹੀਦਾ। ਜਦੋਂ ਪਹਿਲੀ ਵਾਰ ਤਾਂ ਤੁਸੀਂ ਮਤਲਬ ਆਪਣਾ ਇੱਕ ਮਿਨਿਸਟਰ ਜਿਹੜਾ ਸਿੰਗਲਾ ਸੀ, ਬਿਨਾਂ ਕਿਸੇ ਦੇ ਕਹੇ ਵਿਜੇ ਸਿੰਗਲਾ ਨੂੰ ਬੁਲਾਇਆ ਚੀਫ ਮਿਨਿਸਟਰ ਨੇ, ਚੀਫ ਮਿਨਿਸਟਰ ਨੇ ਕਹਿਤਾ ਕਿ ਮੇਰੇ ਕੋਲੋਂ ਮੰਨ ਗਿਆ, ਉਹਨੂੰ ਗ੍ਰਿਫਤਾਰ ਕਰਵਾਤਾ ਜੀ ਚੱਕ ਕੇ, ਉਹ ਗ੍ਰਿਫਤਾਰ ਵੀ ਹੋ ਗਿਆ। ਤੇ ਗ੍ਰਿਫਤਾਰੀ ਤੋਂ ਬਾਅਦ ਹੁਣ ਉਹ ਆਮ ਆਦਮੀ ਪਾਰਟੀ 'ਚ ਹੈ, ਸਾਰੇ ਲੋਕਾਂ ਨਾਲ ਵਿਚਰਦਾ ਹੈ ਤੇ ਉਹ ਬਾਰ-ਬਾਰ ਇਹ ਵੀ ਕਹਿ ਰਿਹਾ ਮੈਂ ਨਿਰਦੋਸ਼ ਹਾਂ, ਦੇਖੋ ਮੈਂ ਨਿਰਦੋਸ਼ ਸਾਬਤ ਹੋ ਜਾਊਂਗਾ। ਇਹਦਾ ਮਤਲਬ ਕੀ ਚੀਫ ਮਿਨਿਸਟਰ ਨੇ ਤੁਹਾਨੂੰ ਫਸਾਇਆ? ਜੇ ਉਹ ਕਹਿਣਾ ਮੈਂ ਤਾਂ ਨਿਰਦੋਸ਼ ਹਾਂ, ਮੇਰੀ ਗੱਲ ਗਲਤ ਹੈ, ਮੇਰੀ ਸੁਣੀ ਨਹੀਂ ਗਈ, ਤਾਂ ਇੰਨੀ ਕਾਹਲ ਵੀ ਕੀ ਸੀ? ਦੂਜੀ ਗੱਲ, ਜੇ ਤੁਸੀਂ ਇੰਨਾ ਹੀ ਵੱਡਾ ਇੱਕ ਚੈਲੰਜ ਲੈ ਰਹੇ ਹੋ ਕਿ ਅਸੀਂ ਕਿਸੇ ਨੂੰ ਨਹੀਂ ਬਖਸ਼ਦੇ, ਉਹਦੀ ਤਾਂ ਤੁਹਾਡੇ ਇਕੱਲਿਆਂ ਕੋਲ ਆਈ ਸੀ, ਇਹਦੀ ਆਡੀਓ ਤਾਂ ਸਾਰੇ ਲੋਕ ਸੁਣ ਰਹੇ ਨੇ ਜੀ। ਬਿਲਕੁਲ। ਤਾਂ ਇਹਨੂੰ ਨੋਟਿਸ ਪਾਰਟੀ ਕਿਉਂ ਦੇ ਰਹੀ ਹੈ? ਸਰਾਰੀ ਨੂੰ ਨੋਟਿਸ ਪਾਰਟੀ ਕਿਉਂ ਦੇ ਰਹੀ ਹੈ? ਉਹ ਮਿਨਿਸਟਰ ਹੈ, ਕੈਬਨਿਟ ਦੇ ਵਿੱਚ ਹੈ, ਤੇ ਕੈਬਨਿਟ ਦੇ ਵਿੱਚ ਹੈ, ਉਹਦੇ ਲਈ ਉਹ ਪੁਲਿਸ ਤੇ ਵਿਜੀਲੈਂਸ ਕਿਉਂ ਨਹੀਂ ਜਾਂਦੀ? ਉਹ ਆਡੀਓ ਤੇ ਉਹਦੀ ਅਸਤੀਫਾ ਕਿਉਂ ਨਹੀਂ ਹੈ? ਉਹਦੇ ਲਈ ਦਲੀਲ ਕੀ ਹੈ ਤੁਹਾਡੇ ਕੋਲ ਵੱਖਰੀ? 2 ਮੰਤਰੀਆਂ 'ਚ ਵੱਖਰੀ ਦਲੀਲ ਕੀ ਹੈ? ਜੀ ਬਿਲਕੁਲ। ਜਦ ਤਾਂ ਦਿਓ ਦਲੀਲ ਵੱਖਰੀ, ਫਿਰ ਤਾਂ ਸ਼ਾਇਦ ਲੋਕ ਸਹਿਮਤ ਹੋ ਜਾਣ ਵੀ ਚਲੋ ਤੁਸੀਂ ਉਹ ਗੱਲ ਕਰ ਲਓਗੇ, ਪਾਰਟੀ ਦਾ ਤਾਂ ਕੋਈ ਮਤਲਬ ਨਹੀਂ। ਤੇ ਜੇ ਕੋਈ ਐਮਐਲਏ ਦਾ ਆਉਂਦਾ ਕਿ ਉਹ ਦੂਜਾ ਵਿਆਹ ਕਰਾਇਆ, ਪਤਨੀ ਲੜ ਰਹੀ ਹੈ, ਫਲਾਨਾ ਰਹਿ, ਉਹ ਕਹਿੰਦੇ ਸਾਡੀ ਪਾਰਟੀ ਦਾ ਮੁੱਦਾ ਨਹੀਂ, ਨਿੱਜੀ ਮੁੱਦਾ ਜੀ। ਜੇ ਕੋਈ ਡਾਕਟਰ ਨਾਲ ਰੌਲਾ ਪੰਗਾ ਪਾ ਕੇ ਬਹਿ ਜਾਂਦਾ ਕੋਈ ਐਮਐਲਏ, ਫਿਰ ਤੁਸੀਂ ਕਹਿੰਦੇ ਨੇ ਸਮਝੌਤਾ ਕਰਾ ਦਿੰਦੇ ਆ। ਇਹ ਸਮਝੌਤਾ ਪਾਰਟੀ ਹੈ ਜਾਂ ਕਾਨੂੰਨ ਦੇ ਮੁਤਾਬਕ ਚੱਲਣ ਵਾਲਾ ਕੋਈ ਸਿਸਟਮ ਹੈ? ਇਹ ਚੀਜ਼ਾਂ ਦਾ ਤਾਂ ਮਤਲਬ ਜਵਾਬ ਉਹਨੂੰ ਦੇਣਾ ਚਾਹੀਦਾ। ਔਰ ਜੇ ਸਰਕਾਰਾਂ ਤੇ ਬਿਨਾਂ ਸ਼ੱਕ ਜੇ ਸਰਕਾਰ ਕਹੇ ਕਿ ਸਵਾਲ ਸਾਡੇ ਤੇ ਉੱਠ ਰਹੇ ਨੇ ਤਾਂ ਸਰਕਾਰ ਤੇ ਹੀ ਉੱਠੂਗਾ ਸਵਾਲ ਤਾਂ। ਬਿਲਕੁਲ। ਹੋਰ ਤਾਂ ਕਿਤੇ ਨਹੀਂ ਜਾਊਗਾ। ਜਿਹੜਾ ਬੰਦਾ ਤਾਕਤ 'ਚ ਹੈ ਸਵਾਲ ਤਾਂ ਉਹਦੇ ਤੇ ਹੀ ਉੱਠਣਗੇ। ਔਰ ਉਹਨਾਂ ਨੂੰ ਉਹਨਾਂ ਗੱਲਾਂ ਦਾ ਸਪਸ਼ਟੀਕਰਨ ਦੇ ਕਿ ਲੋਕਾਂ 'ਚ ਇਕੱਲਾ ਵਿਰੋਧੀ ਧਿਰ ਦਾ ਕੁਐਸਚਨ ਨਹੀਂ, ਡੈਮੋਕ੍ਰੇਸੀ ਜਵਾਬਦੇਹੀ ਮੰਗਦੀ ਹੈ ਤੇ ਪਾਰਦਰਸ਼ਤਾ ਮੰਗਦੀ ਹੈ। ਇਹ 2 ਬੇਸਿਕ ਅਸੂਲ ਨੇ ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ। ਜੀ ਹਮੀਰ ਜੀ, ਇਹਦੇ ਨਾਲ ਹੀ ਦੇਖੀਏ ਤਾਂ ਅੱਜ ਵਿਧਾਨ ਸਭਾ ਦਾ ਦੂਜਾ ਦਿਨ ਸੀ, ਨਾਨ ਅਫੀਸ਼ੀਅਲ ਡੇ ਜਿਹੜਾ ਅੱਜ ਰੱਖਿਆ ਹੋਇਆ ਸੀਗਾ, ਤਾਂ ਅੱਜ ਕਿਸ ਤਰ੍ਹਾਂ ਦੇ ਮੁੱਦੇ ਜਿਹੜੇ ਨੇ ਚੁੱਕੇ ਗਏ ਨੇ, ਤੇ ਇਸ ਤੋਂ ਇਲਾਵਾ ਜਿਹੜੇ ਅਸਲ ਮੁੱਦਿਆਂ ਤੇ ਸੈਸ਼ਨ ਸੱਦਿਆ ਗਿਆ ਸੀ, ਕਿ ਤੁਹਾਨੂੰ ਲੱਗਦਾ ਹੈ ਚਾਹੇ ਉਹ ਜੀਐਸਟੀ ਦਾ ਹੋਵੇ, ਪਰਾਲੀ ਦਾ ਹੋਵੇ, ਬਿਜਲੀ ਮਾਮਲਿਆਂ ਦਾ ਹੋਵੇ, ਕਿ ਉਹਨਾਂ ਤੇ ਗੱਲ ਜਾਂ ਵਿਚਾਰ ਚਰਚਾ ਹੋਵੇਗੀ? ਉੱਥੇ ਦੇਖੋ ਅਗਲੇ ਦਿਨ ਜਿਹੜੇ ਬਚਣਗੇ, ਅੱਜ ਤਾਂ ਨਾਨ ਅਫੀਸ਼ੀਅਲ ਡੇ ਹੈ, 3 ਐਮਐਲਏਆਂ ਦੇ ਮੁੱਦੇ ਸੀ, ਉਹ ਵੀ ਮੈਨੂੰ ਲੱਗਦਾ ਸਰਕਾਰ ਨੇ, ਕਿਉਂਕਿ ਦਿਨ ਜੇ ਤੁਸੀਂ ਮੌਕੇ ਤੇ ਹੀ ਵਧਾਓਗੇ ਤਾਂ ਉਹ ਮਤੇ ਵੀ ਨਹੀਂ ਲਿਆ ਸਕਦਾ ਕੋਈ ਦੂਜਾ, ਵਿਰੋਧੀਆਂ ਕੋਲ ਤਾਂ ਟਾਈਮ ਹੀ ਨਹੀਂ ਹੈ। ਫਿਰ ਉਹ ਜਦ ਨੂੰ ਲਿਆਂਦਾ ਵਾ, 3 ਮਤੇ ਲਿਆਂਦੇ ਆਪੀ, ਜਿਹੜੇ ਉਹਨਾਂ ਨੇ ਉਸ ਲੈਵਲ ਦੇ ਉੱਤੇ ਲਿਆਂਦੇ ਨੇ, ਲਿਆਉਣੇ ਸੀਗੇ, ਮਤਲਬ ਜਿਹੜੇ ਉਹਦੇ 'ਚ ਸੀਗੇ ਰਿਕਾਰਡ ਦੇ ਵਿੱਚ। ਇੱਕ ਮਤਾ ਇਹ ਲਿਆਉਣਾ ਸੀ ਕਿ ਜਿਹੜੇ ਅਨੁਸੂਚਿਤ ਜਾਤੀ ਦੇ ਵਿਦਿਆਰਥੀ ਨੇ, ਉਹਨਾਂ ਦੇ ਸਰਟੀਫਿਕੇਟ ਜਿਹੜੀਆਂ ਰੋਕ ਲੈਂਦੀਆਂ ਨੇ ਸੰਸਥਾਵਾਂ, ਨਹੀਂ ਦਿੰਦੀਆਂ, ਉਹਨਾਂ ਦਾ ਨੁਕਸਾਨ ਹੁੰਦਾ। ਵਿਧਾਨ ਸਭਾ ਜਿਹੜੀ ਉਹਨੂੰ ਸਿਫਾਰਿਸ਼ ਕਰਨੀ ਚਾਹੀਦੀ ਹੈ ਸਰਕਾਰ ਨੂੰ ਕਿ ਉਹ ਨੁਕਸਾਨ ਨਾ ਹੋਵੇ। ਹੁਣ ਤੁਹਾਡੀ ਸਰਕਾਰ ਹੈ ਭਾਈ ਸਾਹਿਬ, ਸਰਕਾਰ ਫੈਸਲਾ ਕਰਦੇ ਕਿ ਜਿਹੜਾ ਵੀ ਨਹੀਂ ਦਊਗਾ ਉਹਨੂੰ ਟੰਗ ਦਾਂਗੇ, ਜਿਹੜੀ ਸੰਸਥਾ ਬੱਚਿਆਂ ਦੇ ਸਰਟੀਫਿਕੇਟ ਰੋਕੂਗੀ, ਤੇ ਤੁਸੀਂ ਉਹਨਾਂ ਦੇ ਪੈਸੇ ਦਿਓ ਨਾਲ ਦੀ ਨਾਲ। 2 ਗੱਲਾਂ ਨੇ। ਇੱਕ ਗੱਲ ਤਾਂ ਬੱਚਿਆਂ ਦਾ ਸਰਟੀਫਿਕੇਟ ਦਿਵਾਉਣਾ, ਇਹ ਬਹੁਤ ਜ਼ਰੂਰੀ ਔਰ ਸਰਕਾਰਾਂ ਦੀ ਨਾਲਾਇਕੀ ਉਹ ਜੇ ਨਹੀਂ ਮਿਲ ਰਹੇ, ਜੇ ਹਜੇ ਵੀ ਨਹੀਂ ਮਿਲ ਰਹੇ। ਦੂਜੀ ਗੱਲ ਨਾਲ ਦੀ ਨਾਲ ਇਹ ਹੈ ਵੀ ਜਿਨ੍ਹਾਂ ਨੇ 2 ਸਾਲ 3 ਸਾਲ ਪੜ੍ਹਾ ਕੇ ਬੱਚੇ ਦਾ ਟੈਸਟ ਲੈ ਲਿਆ, ਤੇ ਜੇ ਉਹਨੂੰ ਵਾਅਦੇ ਮੁਤਾਬਕ ਤੁਸੀਂ ਪੈਸੇ ਹੀ ਨਹੀਂ ਦੇ ਰਹੇ ਜੇ ਸੰਸਥਾ ਨੂੰ, ਤਾਂ ਵੀ ਤੁਸੀਂ ਨਹੀਂ ਉਹ ਕਰਦੇ। ਇਹ ਸਰਕਾਰ ਦੀ ਬੇਸਿਕ ਜ਼ਿੰਮੇਵਾਰੀ ਹੈ। ਤੀਜੀ ਗੱਲ, ਇੱਕ ਮਤਾ ਉਹਨਾਂ ਨੇ ਲਿਆਉਣਾ ਸੀਗਾ ਇਸ ਲੈਵਲ ਦਾ ਕਿ ਜਿਹੜੀਆਂ ਵਤਨ ਪੰਜਾਬ ਦੀਆਂ ਖੇਡਾਂ ਹੋ ਰਹੀਆਂ ਨੇ, ਬੱਚਿਆਂ ਨੂੰ ਪ੍ਰਮੋਟ ਕਰਨ ਵਾਸਤੇ ਬਹੁਤ ਚੰਗੀ ਗੱਲ ਹੈ। ਉਹ ਆਪਸਦਾਰੀ 'ਚ ਸੀ ਕਿ ਪਿੱਠ ਥਪਥਪਾਈ ਜਾਏ ਕਿ ਚੰਗਾ ਇਸ ਖੇਡਾਂ ਨੂੰ ਪ੍ਰਮੋਟ ਕਰਨਾ, ਇੱਕ ਮਤੇ 'ਤੇ ਡਿਸਕਸ ਹੋ ਰਹੀ ਸੀ। ਤੀਜਾ ਮਤਾ ਸੀ ਪਰਾਲੀ ਦਾ ਮਤਾ, ਕਿ ਪਰਾਲੀ ਦੇ ਮੁੱਦੇ 'ਤੇ ਅਸੀਂ ਕਿਵੇਂ ਕਿਉਂ ਟਾਂਗੇ ਜਿਹੜੇ ਮਰਦੇ। ਉਹ ਹੁਣ ਇਸ ਤੋਂ ਬਾਅਦ ਜੇ ਚੱਲਣਾ ਹੁੰਦਾ ਸੈਸ਼ਨ 6-6:30 ਵਜੇ ਤੱਕ ਚੱਲਣਾ, ਕਿਉਂਕਿ 2 ਵਜੇ ਸ਼ੁਰੂ ਹੋਇਆ। ਕਿਹੜਾ ਮਤਾ ਪਾਸ ਹੋ ਗਿਆ, ਕਿਹੜੇ ਮਤੇ 'ਤੇ ਕੀ ਕਿਸੇ ਨੇ ਦਲੀਲ ਦਿੱਤੀ ਹੈ, ਕੀ ਨਹੀਂ, ਉਹ ਆਉਣਗੀਆਂ। ਪਰ ਪਰਾਲੀ ਵਾਲਾ ਇਮੀਡੀਏਟ ਮਤਾ ਹੈ, ਇਹਦੇ 'ਤੇ ਰੌਲਾ ਪੈ ਰਿਹਾ। ਪਹਿਲਾਂ ਤਾਂ ਕਹਿਤਾ ਅਸੀਂ ਰੈੱਡ ਐਂਟਰੀ ਕਰਾਂਗੇ ਚੀਫ ਸੈਕਟਰੀ ਨੇ, ਮੁੜ ਕੇ ਕਿਸਾਨਾਂ ਨੇ ਉਸ ਤੋਂ ਬਾਅਦ ਵਾਪਸ ਚੈਲੰਜ ਕਰਤਾ। ਹੁਣ ਉਹ ਕਹਿੰਦੇ ਨਹੀਂ ਰੈੱਡ ਐਂਟਰੀ ਅਸੀਂ ਨਹੀਂ ਕਰਾਂਗੇ, ਤੇ ਹੁਣ ਵਾਪਸ ਹੋ ਗਏ ਨੇ। ਇਹ ਤਾਂ ਕੋਈ ਪੱਕਾ ਸੋਲੂਸ਼ਨ, ਜੇ ਤੁਹਾਨੂੰ ਲੱਗਦਾ ਸੱਚੀ ਹੋ ਕਿ ਅਸੀਂ ਕਿਸਾਨਾਂ ਨੂੰ ਥੋੜ੍ਹੇ ਜਿਹੇ ਪੈਸੇ ਦੇ ਦਈਏ, ਉਹ ਆਪੀ ਇਹਦਾ ਕਿਉਟ ਲੈਣਗੇ,
500 ਦਿੱਲੀ ਦਿੰਦਾ ਸੀ, 500 ਪੰਜਾਬ ਸਰਕਾਰ ਦਿੰਦੀ ਸੀ। ਕੁਝ ਉਹ ਸੈਂਟਰ ਵਾਲੇ ਮਿਲਾ ਲਓ ਜਿਹੜੇ ਮਸ਼ੀਨਰੀ ਲਈ ਦਿੱਤੇ ਹੋਏ ਨੇ 4-450 ਕਰੋੜ ਰੁਪਇਆ ਪਿਆ, ਇਹ ਰਲਾ ਮਿਲਾ ਕੇ ਤੁਸੀਂ ਕਿਸਾਨਾਂ ਨਾਲ ਨਿਬੇੜ ਲਓ ਕੰਮ, ਤੇ ਆਪੀ ਉਹ ਪਰਾਲੀ ਦਾ ਵੀ ਸੰਕਟ ਹੱਲ ਹੋ ਜਾਏਗਾ। ਜੇ ਵਾਤਾਵਰਨ ਦੀ ਖਰਾਬੀ ਦੇ ਕਾਰਨ ਸਾਰੇ ਸਮਾਜ ਤੇ ਅਸਰ ਪੈਂਦਾ, ਲੋਕਾਂ ਦੀਆਂ ਅੱਖਾਂ ਖਰਾਬ ਹੁੰਦੀਆਂ ਨੇ, ਲੋਕਾਂ ਦੇ ਹਾਰਟ ਵਾਲਿਆਂ ਨੂੰ ਪ੍ਰੋਬਲਮ ਹੈ, ਸਾਹ ਲੈਣ ਦੀ ਪ੍ਰੋਬਲਮ ਹੈ, ਜਿੰਨਾ ਖਰਚਾ ਹੈਲਥ ਦੇ ਵਿਗਾੜ ਤੋਂ ਬਾਅਦ ਤੁਹਾਡਾ ਹੋ ਜਾਂਦਾ ਹੈ, ਜੇ ਉਹਦੇ ਤੋਂ 10ਵਾਂ ਹਿੱਸਾ ਵੀ ਤੁਸੀਂ ਦੇ ਦੋਗੇ ਕਿਸਾਨ ਨੂੰ ਤਾਂ ਇਹ ਫਾਇਦੇਮੰਦ ਦੀ ਚੀਜ਼ ਹੈ, ਮਤਲਬ ਕੋਈ ਨੁਕਸਾਨਦਾਇਕ ਚੀਜ਼ ਨਹੀਂ ਹੈ। ਗੱਲ ਇਹ ਸਾਡੀ ਪੋਲੀਟੀਕਲ ਕਲਾਸ ਨੇ ਸੋਚਣੀ ਹੈ ਸਾਰੀ ਦੇ ਨਾਲ ਮਿਲ ਕੇ, ਉਹ ਕਿਵੇਂ ਸੋਚਦੀ ਹੈ, ਫਾਇਦਾ ਸੋਚਦੀ ਹੈ ਜਾਂ ਕੇਵਲ ਵਿਖਾਵਾ ਕਰਦੀ ਹੈ ਜ਼ਿਆਦਾ। ਹਜੇ ਸਾਡੀ ਸਿਆਸੀ ਜਮਾਤ ਵਿਖਾਵੇ 'ਚ ਯਕੀਨ ਰੱਖਦੀ ਹੈ ਮਾਮਲੇ ਨੂੰ ਹੱਲ ਕਰਨ ਨਾਲੋਂ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।